ਹੈਲੋ एवरीवन। ਅੱਜ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਬੈਸਲ ਫਾਰਮੂਲਾ। ਬੈਸਲ ਫਾਰਮੂਲਾ ਸਾਡੇ ਕੋਲ ਇੰਟਰਪੋਲੇਸ਼ਨ ਦੇ ਵਿੱਚ ਸੈਂਟਰਲ ਮਿਸਿੰਗ ਵੈਲਿਊ ਫਾਈਂਡ ਕਰਨ ਦੇ ਲਈ ਯੂਜ਼ ਕੀਤਾ ਜਾਂਦਾ। ਸੈਂਟਰਲ ਮਿਸਿੰਗ ਵੈਲਿਊ मतलब जो वैल्यू ਉੱਤੇ ਸਾਨੂੰ ਫੰਕਸ਼ਨ ਦੀ ਵੈਲਿਊ ਫਾਈਂਡ ਕਰਨ ਨੂੰ ਕਿਹਾ ਹੁੰਦਾ, ਐਕਸ ਦੀ ਉਹ ਵੈਲਿਊ ਮਿਡਲ ਇੰਟਰਵਲ ਦੇ ਨੀਅਰ ਅਬਾਊਟ ਸਾਡੇ ਕੋਲ ਕਿਤੇ ਲਾਈ ਕਰਦੇ ਆ। ਜਦੋਂ ਮਿਡਲ ਟਰਮ ਦੇ ਮਿਡਲ ਇੰਟਰਵਲ ਦੇ ਨੇੜੇ ਦੀ ਕੋਈ ਵੈਲਿਊ ਦੇ ਉੱਤੇ ਫੰਕਸ਼ਨ ਦੀ ਵੈਲਿਊ ਫਾਈਂਡ ਕਰਨੀ ਹੋਵੇ ਤਾਂ ਅਸੀਂ ਸੈਂਟਰਲ ਫਾਰਮੂਲੇ ਯੂਜ਼ ਕਰਦੇ ਹਾਂ। ਸੈਂਟਰਲ ਫਾਰਮੂਲੇ ਦੇ ਵਿੱਚ ਕਿਹੜਾ ਮੈਥਡ ਆਉਂਦਾ ਬੱਚੇ? ਗੌਸ ਫਾਰਵਰਡ ਮੈਥਡ, ਗੌਸ ਬੈਕਵਰਡ ਡਿਫਰੈਂਸ ਮੈਥਡ, ਸਟਰਿੰਗ ਐਂਡ ਬੈਸਲ ਐਂਡ ਐਵਰੇਟ ਫਾਰਮੂਲਾ, ਜਿਹਦੇ ਵਿੱਚ ਅਸੀਂ ਇੱਕ ਡਿਸਕਸ ਕਰ ਚੁੱਕੇ ਹਾਂ ਗੌਸ ਫਾਰਵਰਡ ਮੈਥਡ, ਗੌਸ ਫਾਰਵਰਡ ਸੈਂਟਰਲ ਡਿਫਰੈਂਸ ਮੈਥਡ। ਅੱਜ ਅਸੀਂ ਕਰਾਂਗੇ ਬੈਸਲ ਫਾਰਮੂਲਾ। ਦੇਖੋ ਜਿਹੜਾ ਸਾਡੇ ਕੋਲ ਵਿੱਚ ਗੌਸ ਫਾਰਵਰਡ ਅਤੇ ਗੌਸ ਬੈਕਵਰਡ ਆ, ਸੇਮ ਉਹੀ ਕੰਮ ਸਾਡੇ ਕੋਲ ਬੈਸਲ ਫਾਰਮੂਲੇ ਦਾ ਹੁੰਦਾ ਕਿ ਮਿਡਲ ਜੋ ਵੈਲਿਊ ਮਿਡਲ ਟਰਮ ਦੇ ਨੀਅਰ ਅਬਾਊਟ ਉਹਦਾ ਆਨਸਰ ਦੇਣਾ। ਬਟ ਇਹਦੇ ਵਿੱਚ ਸਾਨੂੰ ਫਾਰਮੂਲੇ ਦਾ ਥੋੜ੍ਹਾ ਡਿਫਰੈਂਸ ਆ ਜਾਂਦਾ। ਅਸੀਂ ਆਪਣੇ ਆਨਸਰ ਨੂੰ ਹੋਰ ਜ਼ਿਆਦਾ ਐਕੂਰੇਟ ਕਰਨ ਦੇ ਲਈ ਜਾਂ ਈਜ਼ੀ ਕੈਲਕੂਲੇਸ਼ਨ ਦੇ ਲਈ ਇਹਨਾਂ ਫਾਰਮੂਲਿਆਂ ਦੇ ਯੂਜ਼ ਕਰ ਸਕਦੇ ਹਾਂ। ਕਹਿੰਦੇ ਇਹਦੇ ਵਿੱਚ ਅਸੀਂ ਮੀਨ ਲੈਂਦੇ ਹਾਂ ਬੱਚੇ। ਮੀਨ ਮਤਲਬ ਦੋ ਟਰਮ ਦਾ ਸਮ ਕਰਕੇ ਡਿਵਾਈਡ ਬਾਈ 2 ਫਾਰਮ ਦੇ ਵਿੱਚ ਅਸੀਂ ਇਹਨੂੰ ਕੰਸੀਡਰ ਕਰਦੇ ਹਾਂ। ਬੈਸਲ ਫਾਰਮੂਲਾ ਕੀ ਦੇ ਉੱਤੇ ਬੇਸ ਆ? ਸਾਡੇ ਕੋਲ ਇਸ ਟੈਕਨੀਕ 'ਤੇ ਬੇਸ ਆ ਕਿ ਜਿਹੜੀ ਸਾਨੂੰ ਬੇਨ ਬਾਈ ਦਿੱਤੀ ਹੁੰਦੀ ਆ, ਜਿਹਦੇ ਵਿੱਚ ਕੁਝ ਵੈਲਿਊਜ਼ ਨੇ ਬੱਚੇ ਫੰਕਸ਼ਨ ਦੀਆਂ ਵੈਲਿਊਜ਼ ਐਟ ਅ ਪੁਆਇੰਟ ਸਮਥਿੰਗ, ਇਹਦੇ ਵਿੱਚੋਂ ਜਿਹੜਾ ਅਸੀਂ ਮਿਡਲ ਇੰਟਰਵਲ ਲੈਣਾ ਹੁੰਦਾ ਉਹਦੇ ਵਿੱਚੋਂ ਪਹਿਲੇ ਸਟੈਪ 'ਚ ਅਸੀਂ 2 ਵੈਲਿਊਜ਼ ਪਿਕ ਕਰਦੇ ਹਾਂ। ਫਿਰ ਅਗਲੇ ਸਟੈਪ ਦੇ ਵਿੱਚ ਅਗਲੀ ਲਾਈਨ ਦੇ ਵਿੱਚੋਂ 1 ਵੈਲਿਊ ਪਿਕ ਕਰਦੇ ਹਾਂ। ਫਿਰ ਉਸ ਤੋਂ ਅਗਲੀ ਲਾਈਨ ਦੇ ਵਿੱਚ 2 ਵੈਲਿਊ, ਫਿਰ ਉਸ ਤੋਂ ਅਗਲੀ ਲਾਈਨ ਦੇ ਵਿੱਚ 1 ਵੈਲਿਊ। ਮਤਲਬ ਕਿ ਜੇ ਫਸਟ ਕਾਲਮ ਆ, ਫਸਟ ਕਾਲਮ ਦੇ ਵਿੱਚ 2 ਵੈਲਿਊ ਦਾ ਮੀਨ, ਫਿਰ ਅਗਲੀ ਕਾਲਮ ਦੇ ਵਿੱਚੋਂ 1 ਵੈਲਿਊ, ਫਿਰ ਅਗਲੀ ਦੇ ਵਿੱਚੋਂ 2 ਦਾ ਮੀਨ, ਫਿਰ 1 ਵੈਲਿਊ। ਇਸ ਤਰ੍ਹਾਂ ਅਸੀਂ ਕੰਸੀਡਰ ਕਰਦੇ ਜਾਂਦੇ ਹਾਂ। ਇਸ ਤਰ੍ਹਾਂ ਇਹਦਾ ਵਿੱਚ ਫਾਰਮੂਲਾ ਸਾਡੇ ਕੋਲ ਡਰਾਈਵ ਹੁੰਦਾ ਬੈਸਲ ਫਾਰਮੂਲਾ y0 plus y1 by 2 plus p minus 1 by 2 del y0 plus p minus 1 by 2 factorial del square y minus 1 plus del square y0 by 2। देखो मैं ही क्या पहलिया 2 टर्म्स का मीन, फिर उस तो बाद एक सिंगल टर्म, फिर अगलियां 2 टर्म का मीन, फिर एक सिंगल टर्म, फिर अगलियां 2 टर्म का मीन। इस वे दे नाल भी असीं इहनूं बच्चे याद रख सकते हैं। देखो जदों तुसीं टेबल बनाया फिर तुहानूं पता लग जाएगा कि एक असीं ने x0 आ, उहदे सामने y0 आ ते एक नीचे y1 लैणी आ। ਜਦੋਂ ਤੁਸੀਂ ਸਿਰਫ ਪਹਿਲੀਆਂ ਵੈਲਿਊ ਯਾਦ ਰੱਖਿਆ, ਉਸ ਤੋਂ ਬਾਅਦ ਅਗਲਾ ਫਾਰਮੂਲਾ ਸਾਡੇ ਕੋਲ ਖੁਦ ਬ ਖੁਦ ਡਰਾਈਵ ਹੋ ਚੁੱਕਾ। ਅਗੇਨ ਇੱਥੇ p ਦੀ ਵੈਲਿਊ ਸਾਡੇ ਕੋਲ ਕੀ ਹੁੰਦੀ ਹੈ? x ਮਾਈਨਸ x0 ਬਾਈ h। x ਮਤਲਬ ਉਹ ਮਿਸਿੰਗ ਵੈਲਿਊ ਜਿੱਥੇ ਫੰਕਸ਼ਨ ਦੀ ਵੈਲਿਊ ਫਾਈਂਡ ਕਰਨੀ ਆ, ਅਤੇ x0 ਜੋ ਅਸੀਂ ਲੈਟ ਕਰਾਂਗੇ, h ਮਤਲਬ ਕਾਮਨ ਡਿਫਰੈਂਸ ਜੋ ਉਹਨਾਂ ਦੇ ਵਿੱਚ ਚੱਲ ਰਿਹਾ। ਜੋ ਬੱਚੇ ਅਸੀਂ ਫਾਰਮੂਲੇ ਕਰ ਰਹੇ ਇਹ ਸਿਰਫ ਉਦੋਂ ਹੀ ਐਪਲੀਕੇਬਲ ਹੋਣਗੇ ਜਦੋਂ ਸਾਡੇ ਕੋਲ ਜਿਹੜਾ ਇੰਟਰਵਲ ਆ ਉਹਦਾ ਡਿਫਰੈਂਸ ਕੀ ਹੋਏਗਾ? ਸਾਰੀਆਂ ਵੈਲਿਊਜ਼ ਦਾ ਸੇਮ ਹੋਏਗਾ, h ਦੀ ਵੈਲਿਊ ਸੇਮ ਹੋਊਗੀ। ਹਾਂਜੀ, ਬੈਸਲ ਇਹ ਬੱਚੇ ਫਾਰਮੂਲਾ ਹੋ ਗਿਆ ਸਾਡਾ। ਹੁਣ ਅੱਗੇ ਕਹਿੰਦੇ ਜਿਹੜਾ ਬੈਸਲ ਫਾਰਮੂਲਾ ਹੁੰਦਾ ਬੱਚੇ ਉਹ ਸਾਨੂੰ ਜ਼ਿਆਦਾ ਐਕੂਰੇਟ ਆਨਸਰ ਦਿੰਦਾ ਜਾਂ ਬੈਸਟ ਉਦੋਂ ਹੁੰਦਾ ਜਦੋਂ ਸਾਡੀ ਜਿਹੜੀ ਅਨਨੋਨ ਜੀ ਵੈਲਿਊ ਆ ਜਿਹਦੇ ਉੱਤੇ ਫੰਕਸ਼ਨ ਦੀ ਵੈਲਿਊ ਫਾਈਂਡ ਕਰਨੀ ਆ, ਉਹ ਵੈਲਿਊ ਸਾਡੇ ਕੋਲ ਇਸ ਇੰਟਰਵਲ 'ਚ ਲਾਈ ਕਰੇ। x0 ਪਲੱਸ h/2 ਤੋਂ ਲੈ ਕੇ x1 ਮਾਈਨਸ h/2 ਇਸ ਇੰਟਰਵਲ ਦੇ ਵਿੱਚ ਜਦ ਤੱਕ ਲਾਈ ਕਰਦੀ ਹੁੰਦੀ ਆ ਬੱਚੇ, ਉਸ ਟਾਈਮ ਸਾਡੇ ਕੋਲ ਇਹਦੇ ਬੈਸਟ ਰਿਜ਼ਲਟ ਮਿਲਦੇ ਆ। ਇੱਕ ਹੋਰ ਗੱਲ ਕਹਿੰਦੇ ਜਦੋਂ ਅਸੀਂ ਇਹਦੇ ਕੈਲਕੂਲੇਸ਼ਨਸ ਨੂੰ ਪਰਫਾਰਮ ਕਰਦੇ ਹਾਂ ਤਾਂ ਬੱਚੇ ਸਾਡੇ ਕੋਲ ਜਿਹੜਾ ਡਿਫਰੈਂਸ ਟੇਬਲ ਆਉਂਦਾ, ਡਿਫਰੈਂਸ ਟੇਬਲ ਦੇ ਵਿੱਚ ਕੋਈ ਇਹੋ ਜਿਹੀ ਕਾਲਮ ਜੇਕਰ ਆ ਜਾਂਦੀ ਆ ਜਿਹਦਾ ਡਿਫਰੈਂਸ ਬਹੁਤ ਹੀ ਛੋਟਾ ਹੋਵੇ। ਫੋਰ ਐਗਜ਼ਾਮਪਲ ਜਿਵੇਂ ਬੱਚੇ ਸਾਡੀ ਐਗਜ਼ਾਮਪਲ ਆ, ਇਹਦੇ ਵਿੱਚ ਦੇਖੋ ਜਿਹੜਾ ਅਸੀਂ ਡਿਫਰੈਂਸ ਟੇਬਲ ਤਿਆਰ ਕੀਤਾ ਉਹਦੇ ਵਿੱਚ ਸਾਡੇ ਕੋਲ ਜਿਹੜਾ ਫੋਰਥ ਕਾਲਮ ਦੇ ਵਿੱਚ ਸਾਡੇ ਕੋਲ ਡਿਫਰੈਂਸ ਕੀ ਆਇਆ? 0.000004। ਇੰਨਾ ਛੋਟਾ ਡਿਫਰੈਂਸ ਆਇਆ ਕਿ ਇਹਦੇ ਨਾਲ ਸਾਡੇ ਆਨਸਰ ਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਹੁੰਦਾ। ਸੋ ਇਹੋ ਜਿਹੇ ਟਰਮ ਨੂੰ ਅਸੀਂ ਨਿਗਲੈਕਟ ਕਰ ਸਕਦੇ ਹਾਂ। ਹੁਣ ਬਟ ਬੈਸਲ ਫਾਰਮੂਲਾ ਕੀ ਕਹਿੰਦਾ ਜੇ ਤੁਸੀਂ ਇਹਦੇ ਵਿੱਚ ਨਿਗਲੈਕਟ ਕਰਨੇ ਵੀ ਆ ਹਾਈਐਸਟ ਡਿਫਰੈਂਸ, ਤਾਂ ਉਹ ਤੁਸੀਂ ਸਿਰਫ ਈਵਨ ਆਰਡਰ ਦੇ ਨਿਗਲੈਕਟ ਕਰ ਸਕਦੇ ਹੋ। ਜਿਵੇਂ ਬੱਚੇ ਅਸੀਂ ਇਹਦੇ ਵਿੱਚੋਂ ਕਹੀਏ, ਕਹਿੰਦੇ ਜੇ ਤੁਸੀਂ ਨਿਗਲੈਕਟ ਕਰਨਾ ਤਾਂ ਡੈਲ ਦੀ ਪਾਵਰ 4y ਨੂੰ ਨਿਗਲੈਕਟ ਕਰ ਸਕਦੇ ਹੋ, ਜਾਂ ਡੈਲ ਦੀ ਪਾਵਰ 2y ਨੂੰ ਨਿਗਲੈਕਟ ਕਰ ਸਕਦੇ ਹੋ, ਜਾਂ ਡੈਲ ਦੀ ਪਾਵਰ 6 ਨੂੰ ਨਿਗਲੈਕਟ ਕਰ ਸਕਦੇ ਹੋ। ਸੋ ਹਮੇਸ਼ਾ ਸਿਰਫ ਔਰ ਸਿਰਫ ਈਵਨ ਜਿਹੜੀਆਂ ਪਾਵਰਸ ਵਾਲੇ ਡਿਫਰੈਂਸ ਨੇ ਅਸੀਂ ਉਹਨਾਂ ਨੂੰ ਨਿਗਲੈਕਟ ਕਰ ਸਕਦੇ ਹਾਂ, ਔਡ ਵਾਲੇ ਸਾਨੂੰ ਕੰਸੀਡਰ ਕਰਨੇ ਹੀ ਪੈਣਗੇ। ਹੁਣ ਅਸੀਂ ਇਹ ਫਾਰਮੂਲੇ ਨੂੰ ਐਗਜ਼ਾਮਪਲ ਦੇ ਥਰੂ ਸਮਝਦੇ ਹਾਂ। ਮੈਥਡ ਨੂੰ ਸਾਨੂੰ ਇਕੁਏਸ਼ਨ ਦਿੱਤੀ ਹੋਈ ਹੈ ਬੱਚੇ, ਫਾਈਂਡ e ਦੀ ਪਾਵਰ 0634 ਯੂਜ਼ਿੰਗ ਬੈਸਲ ਫਾਰਮੂਲਾ। ਬੈਸਲ ਫਾਰਮੂਲਾ ਦੇ ਯੂਜ਼ ਨਾਲ ਇਸ 'ਤੇ ਅਸੀਂ ਇਸ ਫੰਕਸ਼ਨ ਦੀ ਵੈਲਿਊ ਫਾਈਂਡ ਕਰਨੀ ਹੈ ਐਟ ਪੁਆਇੰਟ 0.634। ਹੁਣ ਅਗੇਨ ਬੱਚੇ ਜਦੋਂ ਅਸੀਂ ਇਹਦੀਆਂ ਟੇਬਲ ਦੇਖਿਆ, ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਟੇਬਲ ਦਿੱਤਾ ਹੋਇਆ, ਸਾਨੂੰ ਵੈਲਿਊਜ਼ ਦਿੱਤੀਆਂ ਹੋਈਆਂ ਨੇ ਸਾਡੀ ਸਟੇਟਮੈਂਟ ਦੇ ਵਿੱਚ। ਤਾਂ ਹੁਣ ਅਸੀਂ ਸਭ ਤੋਂ ਪਹਿਲਾ ਕੰਮ ਬੱਚੇ ਡਿਫਰੈਂਸ ਟੇਬਲ ਤਿਆਰ ਕਰਾਂਗੇ। ਦੇਖੋ ਜੇ ਸਾਨੂੰ ਬੈਸਲ ਫਾਰਮੂਲਾ ਨਹੀਂ ਯਾਦ ਆਉਂਦਾ ਤਾਂ ਸਾਨੂੰ ਡਿਫਰੈਂਸ ਫਾਰਮੂਲਾ ਜਿਹੜਾ ਟੇਬਲ ਆ ਉਹ
ਹੀ ਮੈਥਡ ਦੇ ਵਿੱਚ ਕੰਸਟਰਕਟ ਕਰਨਾ ਹੀ ਪੈਂਦਾ। ਸੋ ਇਹਦੇ ਵਿੱਚ ਵੀ ਅਸੀਂ ਕੰਸਟਰਕਟ ਕਰਾਂਗੇ। ਸਭ ਤੋਂ ਪਹਿਲਾਂ ਐਕਸ ਦੀਆਂ ਵੈਲਿਊਜ਼, ਫਿਰ ਜਿਹੜੀਆਂ ਫੰਕਸ਼ਨ ਦੀਆਂ ਵੈਲਿਊਜ਼ ਦਿੱਤੀਆਂ ਨੇ ਉਹ, ਉਸ ਤੋਂ ਬਾਅਦ ਬੱਚੇ ਚਾਹੇ ਜਿਹੜਾ ਮਰਜ਼ੀ ਸੈਂਟਰਲ ਡਿਫਰੈਂਸ ਹੋਵੇ ਉਹਦੇ ਵਿੱਚ ਹਮੇਸ਼ਾ ਅਸੀਂ ਫਾਰਵਰਡ ਡਿਫਰੈਂਸ ਦਾ ਟੇਬਲ ਬਣਾਉਣਾ। ਫਾਰਵਰਡ ਡਿਫਰੈਂਸ ਦਾ ਟੇਬਲ, डिफरेंस की है फॉरवर्ड डिफरेंस, पहलियां दो टर्म का माइनस ये सेंटर च, पिछली फिर अगे थर्ड टर्म चो सैकेंड माइनस ये सेंटर च, फोर्थ चो थर्ड माइनस ये सेंटर च, फिफ्थ चो फोर्थ माइनस सेंटर च, सिक्स्थ चो फिफ्थ माइनस ये सेंटर च, माइनस कर करके उन्होंने सेंटर च असी वैल्यूज़ लिखी जाने। बच्चे ट्राई करिया करो जो भी असी डिफरेंस टेबल बनाइए तो असी एक लाइन छड्ड के बनाइए, तो जो असी ये सेंटर के वैल्यूज़ लिखीए तो सानू पता लग जाए। नैक्सट बचे फिर अगेन डैल ए हो गई सारिया डैल वाई दी वैल्यूज़, फिर इन्हों दोहां का डिफरेंस इन्हों के सेंटर च, इन्हों दो टर्म का डिफरेंस ये सेंटर च, इन्हों दो टर्म का डिफरेंस ये सेंटर च, इन्हों दो टर्म का डिफरेंस ये सेंटर च, अगलियां दो टर्म का डिफरेंस इन्हों के सेंटर च। ये होगी साडे कोल डैल स्केयर वाई की वैल्यू। फिर सिमिलर डैल वाई डैल की पावर 3 वाई की वैल्यू कर सकते हैं। वो असी की करांगे अगेन पहलियां दो का डिफरेंस ये सेंटर च, अगलियां दो का डिफरेंस ये सेंटर च, अगलियां दो का डिफरेंस ये सेंटर च, अगलियां दो का डिफरेंस ये सेंटर च, इन्हां दा भी अगलियां दो का डिफरेंस बच्चे ये सेंटर च, सेंटर दे विच असी लिखी जावांगे। सिमिलर असी कंस्ट्रक्ट कर लिया बच्चे का टेबल। हुण वैसे तो असीं उदों तक सॉल्व करते होने जब तक सानू लास्ट इहदी सिंगल वैल्यू तक नहीं मिल जाता, पर जदों असीं इस प्रॉब्लम नूं देखिया बच्चे कहंदे देखो सैकेंड दे विच भी साडे कोल डिफरेंस बहुत छोटा आ रहा, जिहड़ियां वैल्यूज़ आईयां ने 0.000189, 0.000189, 189, 185, इन्हों असी बच्चे जो आंसर च यूज़ करांगे तो इन्हों का इफैक्ट बहुत घट हो, क्योंकि बहुत छोटी टर्म आ तो साडा आंसर दी जिहड़ियां लास्ट डिजिट ने पॉइंट तो डेसीमल पॉइंट तो नियर अबाउट 4-5 डिजिट तो बाद इन्हों का इफैक्ट पैना शुरू होगा। सो असी इस टर्म नूं की कर सकते हैं, निगलैक्ट कर सकते हैं। हुण तुहाडे कोल इत्थे चॉइस होगी बच्चे कि तुसीं सैकेंड ऑर्डर का निगलैक्ट करना जां फोर्थ ऑर्डर का, क्योंकि इहदे विच असीं सिर्फ ईवन ऑर्डर नूं डिफरेंस नूं की कर सकते हैं निगलैक्ट। असीं इहदे विचों बच्चे सैकेंड का ही निगलैक्ट कर रहे हैं, तुसीं चाहो तो सैकेंड का यूज़ कर सकते हो, थर्ड का भी यूज़ कर सकते हो, फोर्थ वाली टर्म्स नूं निगलैक्ट कर लो। आंसर दे विच बहुत ही माइनर डिफरेंस होगा बच्चे, बहुत ही छोटा डेसीमल का फर्क होगा। हुण असीं इहदे विच क्या कहना, इट इज़ अ क्लीयर फ्रॉम द टेबल सैकेंड ऑर्डर डिफरेंस कॉन्ट्रीब्यूशन बेसल फॉर्मूलाइज, असीं इहनूं निगलैक्ट कर सकते हैं, निगलैक्ट हो सकते हैं, क्योंकि इन्हां दे नाल साडे कोल आंसर दे विच बहुत ज़्यादा फर्क नहीं पै रहा। सो असीं इहनूं निगलैक्ट कर सकते हैं। सो वी निगलैक्ट। उस तो बाद बच्चे हुण जिहड़ियां वैल्यूज़ आईयां ने उन्हां नूं असीं मार्क करांगे। सब तो पहलां देखो साडी जिहड़ी मिसिंग वैल्यू सीगी वो किस इंटरवल दे विच लाई करदे आ, क्योंकि जिस इंटरवल च लाई करदी होगी उस तो बाद ही असीं फॉर्मूले च भरन दे लई वैल्यूज़ सिलेक्ट करांगे। हाँ जी, देखो साडे कोल वैल्यू की आ 0.634। हुण 0.634 63 ते 64, 0.633 64 दे विच लाई करदा। सो बच्चे साडा इंटरवल की हो गया 0.63 ते 0.64। हुण सब तो पहली वैल्यू नूं असीं की लै लांगे x0, दूसरी वैल्यू नूं की लै लांगे असीं x1। x0 दे मूहरे वाली वैल्यू y0, x1 दे मूहरे वाली वैल्यू y1। देखो साडा फॉर्मूला की सी, कहंदा पहला y0 ते y1 दा मीन, मतलब इन्हां दोहां दा सम। उस तो बाद इन्हां दे सेंटर च जो वैल्यू हो जे वो पिक करनी है। वो किहदी वैल्यू सीगी साडे कोल, असीं अकॉर्डिंग टू फॉर्मूला विच लर्न करी जाना डैल y0 दी। सो ये साडे कोल अगली वैल्यू किहदी होगी जिहड़ी इन्हां दोहां दे सेंटर च पई है डैल y0 दी। फिर उस तो बाद अगलियां दो टर्म कंसीडर करांगे, फिर डैल स्केयर y-1 दी ते डैल स्केयर y0 दी। फिर उस तो बाद एक सिंगल टर्म कंसीडर करांगे, फिर अगलियां दो टर्म का मीन। देखो डिफरेंस टेबल साडे कोल कंस्ट्रक्ट सारा फॉर्मूला सानूं इत्थे मिल जाएगा। पहला की करना बच्चों असीं पहलियां दो वैल्यू, फिर इहदे सिंगल दी वैल्यू, इहदे सेंटर की वैल्यू, फिर अगलियां दो वैल्यू, फिर उहदे सेंटर की वैल्यू, फिर अगलियां दो वैल्यू, फिर इहदे सेंटर की वैल्यू। इस तरह असीं ने सॉल्व करते जाना। हुण इहदियां नूं बच्चे नेम दे लिया, ये हो गया साडे कोल y0, ये हो गया साडा y1, ये हो गया साडे कोल डैल y0, ये हो गया साडा डैल स्केयर y-1, ये नीचे वाली वैल्यू डैल स्केयर y0। बच्चों आ साडे कोल हो गया, इहदे सेंटर दे विच साडे कोल डैल क्यूब y-1 अप टू सो ऑन। इस तरह से लिख लिया। हुण ये सारियां वैल्यूज़ जो असीं ने फाइंड कीतियां ने असीं फॉर्मूले दे विच पुट करांगे वैसल फॉर्मूले दे विच। वैसल फॉर्मूला बच्चे असीं सैकेंड ऑर्डर डिफरेंस नूं तां निगलैक्ट कर चुके हैं। सो फर्स्ट ऑर्डर डिफरेंस तक साडे कोल वैसल फॉर्मूला की आ y0 प्लस y1/2 प्लस
p माइनस 1/2 del y नॉट। देखो असी x की वैल्यू सानू कितनी गिवन आ 0.634, x नॉट कितना लिया असी ने 0.63, तो y नॉट की वैल्यू के कोरसपोंडिंग इन्नी सीगी, x1 की वैल्यू 0.64 आ, तो उहदे उत्ते फंक्शन की वैल्यू इन्नी सीगी। विच del y नॉट मतलब फस्ट डिफरेंस साडे कोल कितना 0.018871, तो इत्थे असीं वो लिखिया। हुण असीं p की वैल्यू कढनी है, p की सीगा x माइनस x नॉट बाय h, x मतलब कि साडे कोल जिहड़ी मिसिंग जिहदे उत्ते फंक्शन की वैल्यू फाइंड करनी है, x नॉट जो असीं 0.63 लिया, वैल्यू सबसीट्यूट की विच h का मतलब डिफरेंस ऑफ इंटरवल। डिफरेंस ऑफ इंटरवल देखो इन्हां च कितना डिफरेंस है, x दी वैल्यू 0.61 तो 0.62 तक कितना डिफरेंस है 0.01 का डिफरेंस आ। सो एच की वैल्यू कितनी आ गई 0.01 पुट किया बच्चे, पी कढ़िया 0.4। ये सारिया वैल्यूज असीं अपने फॉर्मूले सबसीट्यूट कीतियां, वाई नॉट की प्लेस से y1 तो y1 डिवाइड बाय 2 प्लस पी की वैल्यू 0.4 माइनस 1/2 नूं लिख सकते हैं 0.5 एंड del y नॉट की वैल्यू 0.018871। सॉल्व करने तो बाद बच्चे सानू वैल्यू मिल रही है 1.88551584। जेकर हुण तुसीं बच्चे इहदे विच थर्ड टर्म सैकेंड ते थर्ड ऑर्डर नूं भी इनकलूड कर दे तो देखते तुसीं तुहाडे कोल बहुत ही माइनर जिहा मे बी इत्थों तो बच्चे मे फर्क आउण लग जाए, बाकी मूले आंसर जिहड़ा मेन आंसर है वो साडा सेम रहेगा। सो जे तुसीं निगलैक्ट नहीं करना चाहुंदे सीधा करना चाहुंदे हो तो फॉर्मूले दे विच दो टर्म्स होर बच जाणगीआं तां भी आंसर साडा नीयर अबाउट आएगा। आई होप क्लीयर हो गया होएगा। थैंक यू फॉर वॉचिंग।